ਜਦੋਂ ਵੀ ਪੰਜਾਬੀ ਦੀ ਗੱਲ ਆਉਂਦੀ ਹੈ ਤੇ ਮਾਂ ਬੋਲੀ ਨਾਲ ਲਾਇਆ ਜਾਂਦਾ ਹੈ, ਮਦਰ ਟੰਗ। ਕੀ ਹੋਇਆ ਉਹਨਾਂ ਕਿ ਮੇਰੀ ਮਾਂ ਗੂੰਗੀ ਸੀ। ਇੱਕ ਨੰਬਰ ਅਦੀਬ ਨਹੀਂ ਹੋ ਸਕਦਾ। ਸਾਡੇ ਜਿਹੜੇ ਸੂਫੀ ਸ਼ਾਇਰ ਨੇ, ਬਾਬਾ ਬੁੱਲੇ ਸ਼ਾਹ ਹੈ, ਵਾਰਿਸ ਸ਼ਾਹ ਹੈ, ਬਾਕੀ ਜਿਹੜੇ ਬਾਬ ਫਰੀਦ ਨੇ, ਇਹ ਮੀਆਂ ਮੁਹੰਮਦ ਬਖਸ਼ ਨੇ, ਕਮਾਲ ਹੈ। ਪੰਜਾਬੀ ਬੋਲਣ ਵਾਲਿਆਂ ਨੂੰ ਇਹ ਵੀ ਗੁਜ਼ਾਰਿਸ਼ ਹੈਗੀ ਹੈ ਕਿ ਇਹਨੂੰ ਗਾਲ ਮੰਦੇ ਦੀ ਜ਼ੁਬਾਨ ਨਾ ਬਣਾਓ, ਕਿ ਜ਼ੁਬਾਨ ਦੀ ਖਿਦਮਤ ਕਰੀਏ। ਕਿ ਜੇ ਕੋਈ ਬੰਦਾ ਕਿਸੇ ਨਾਲ ਜ਼ੁਬਾਨ ਦੀ, ਰੰਗ ਦੀ, ਨਸਲ ਦੀ ਜਾਂ ਕਿਸੇ ਇਲਾਕੇ ਦੀ ਬੁਨਿਆਦ ਤੇ ਵੈਰ ਰੱਖਦਾ ਹੈ ਜਾਂ ਦੁਸ਼ਮਣੀ ਰੱਖਦਾ ਹੈ ਤੇ ਉਹਦੇ ਤੋਂ ਵੱਡਾ ਕੋਈ ਜ਼ਾਲਮ ਬੰਦਾ ਨਹੀਂ ਹੋ ਸਕਦਾ। ਜਿਹੜੀਆਂ ਜ਼ੁਬਾਨਾਂ ਨੇ ਇਹ ਹਮੇਸ਼ਾ ਲੋਕਾਂ ਨੂੰ ਜੋੜ ਕੇ ਰੱਖਦੀਆਂ ਨੇ। ਇਹ ਪੰਜਾਬੀਆਂ ਦਾ ਗੜ੍ਹ ਹੈ। ਪੰਜਾਬੀ ਪੰਜਾਬੀ ਆ। बिस्मिल्लाहिर्रहमानिर्रहीम। दोस्तों, मैं हूं सईद इजाज़ गिलानी, उर्दू कैनेडा ऑफिशियल हमारा यूट्यूब चैनल है। ਅੱਜ ਅਸੀਂ ਪੰਜਾਬੀ 'ਚ ਗੱਲ ਕਰਨੇ ਆ, ਇਸ ਲਈ ਕਿ ਅੱਜ ਪੰਜਾਬੀ ਜ਼ੁਬਾਨ ਦਾ ਆਲਮੀ ਦਿਨ ਯਾਨੀ ਪੰਜਾਬੀ ਜ਼ੁਬਾਨ ਦਾ ਦਿਹਾੜ ਮਨਾਇਆ ਜਾ ਰਿਹਾ ਹੈ ਤੇ ਇਹਦੇ ਤੇ ਸਾਰਿਆਂ ਨੂੰ ਮੁਬਾਰਕਬਾਦ ਵੀ ਤੇ ਵਧਾਈਆਂ ਵੀ। ਤੇ ਜਿਹੜੀਆਂ ਜ਼ੁਬਾਨਾਂ ਨੇ ਇਹ ਹਮੇਸ਼ਾ ਲੋਕਾਂ ਨੂੰ ਜੋੜ ਕੇ ਰੱਖਦੀਆਂ ਨੇ, ਪਿਆਰ ਮੁਹੱਬਤ ਦਾ ਪ੍ਰਚਾਰ ਕਰਦੀਆਂ ਨੇ। ਤੇ ਜਦੋਂ ਵੀ ਕੋਈ ਜ਼ੁਬਾਨ ਦੀ ਬੁਨਿਆਦ ਤੇ ਕਿਸੇ ਦੇ ਨਾਲ ਕੋਈ ਮਿਲਣਾ ਜੁਲਣਾ, ਕੋਈ ਦਿਲ ਦੀ ਗੱਲ ਹੁੰਦੀ ਹੈ ਤੇ ਉਹਦੇ ਵਰਗੀ ਕੋਈ ਗੱਲ ਹੀ ਨਹੀਂ ਹੁੰਦੀ। ਕਹਿਣ ਦਾ ਮਕਸਦ ਹੈ ਕਿ ਜੇ ਕੋਈ ਬੰਦਾ ਕਿਸੇ ਨਾਲ ਜ਼ੁਬਾਨ ਦੀ, ਰੰਗ ਦੀ, ਨਸਲ ਦੀ ਜਾਂ ਕਿਸੇ ਇਲਾਕੇ ਦੀ ਬੁਨਿਆਦ ਤੇ ਵੈਰ ਰੱਖਦਾ ਹੈ ਜਾਂ ਦੁਸ਼ਮਣੀ ਰੱਖਦਾ ਹੈ ਤੇ ਉਹਦੇ ਤੋਂ ਵੱਡਾ ਕੋਈ ਜ਼ਾਲਮ ਬੰਦਾ ਨਹੀਂ ਹੋ ਸਕਦਾ। ਤੇ ਜ਼ੁਬਾਨਾਂ ਦਾ ਜਿਹੜਾ ਤਾਰੀਖ ਹੈ ਜਾਂ ਇਹਨਾਂ ਦਾ ਜਿਹੜਾ ਵਰਤਾਓ ਹੈ ਤੇ ਇਹਨਾਂ ਦਾ ਸਾਡੇ ਜ਼ਿੰਦਗੀ 'ਚ ਜਿਹੜਾ ਅਸਰ ਹੈ ਉਹ ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਹੋਵੇ ਸਾਡੇ, ਅਗਰ ਤੁਸੀਂ ਗੌਰ ਕਰੋ ਤੇ ਪੰਜਾਬੀ ਜਿਹੜੀ ਹੈ ਜ਼ੁਬਾਨ ਸਪੈਸ਼ਲੀ ਸਾਡੀ ਜਿਹੜੀ ਆ ਬਰੇ ਸਗੀਰ ਦੇ ਵਿੱਚ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ, ਇਹ ਪੰਜਾਬੀਆਂ ਦਾ ਗੜ੍ਹ ਹੈ। ਹੁਣ ਅੱਗੇ ਜਿਹੜੀਆਂ ਇਹਦੀਆਂ ਪੰਜਾਬੀ ਜ਼ੁਬਾਨ ਦੀਆਂ ਜਿਹੜੀਆਂ ਮਿਲ ਜਾਂਦੀਆਂ ਨੇ ਹਰ 200 ਕਿਲੋਮੀਟਰ ਤੇ ਇਹਦਾ ਜਿਹੜਾ ਲਹਿਜਾ ਹੈ, ਇਹਦੇ ਜਿਹੜੇ ਲਫ਼ਜ਼ ਆ ਉਹ ਵੱਖੇ ਜਿਹਨੂੰ ਅਸੀਂ ਅੱਡ ਵੀ ਕਹਿੰਦੇ ਆ ਹੋ ਜਾਂਦੇ ਨੇ। ਤੇ ਉਹਨੂੰ ਸਮਝਣ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਕਿ ਲਾਹੌਰ ਵਾਲਾ ਬੰਦਾ ਜਿਹੜਾ ਉਹ ਸਰਾਇਕੀ ਦੇ ਵੀ ਸਾਰੇ ਲਫ਼ਜ਼ ਜਾਣਦਾ ਹੋਵੇ। ਇਸੇ ਤਰ੍ਹਾਂ ਪੰਜਾਬ ਜਿਹੜੇ ਚੜ੍ਹਦੇ ਪੰਜਾਬ 'ਚ ਹੈ, ਜਿਹੜੇ ਪਰਾਂ ਨੂੰ ਦਿੱਲੀ ਵਾਲੇ ਪਾਸੇ ਨੂੰ ਜਾਂਦੇ ਆ ਉਹ, ਤੇ ਜਿਹੜੇ ਅੰਮ੍ਰਿਤਸਰ ਦੇ ਲੋਕ ਹੈ ਉਹਨਾਂ ਦਾ ਵੀ ਬੜਾ ਲਹਿਜੇ ਦਾ, ਲਫ਼ਜ਼ਾਂ ਦਾ ਜਿਹੜਾ ਨਾ ਇੱਕ ਦੂਜੇ ਨਾਲ ਕੋਈ ਮੈਚ ਨਹੀਂ ਵੀ ਹੁੰਦਾ। ਲੇਕਿਨ ਪੰਜਾਬੀ ਪੰਜਾਬੀ ਆ। ਗੱਲ ਹੈ ਕਿ ਜਦੋਂ ਕੋਈ ਬੋਲਦਾ ਤੇ ਉਹਨੂੰ ਅਗਰ 100 ਚੋਂ 80 ਵੀ ਲਫ਼ਜ਼ ਸਮਝ ਆ ਜਾਂਦੇ ਆ ਜਾਂ ਫਿਕਰੇ ਜਾਂ ਗੱਲ ਜਿਹੜੀ ਉਹ ਕਨਵੇ ਹੋ ਜਾਂਦੀ ਹੈ ਤੇ ਉਹ ਫਿਰ ਪੰਜਾਬੀ ਦਾ ਜਿਹੜਾ ਅਸਰ ਹੈ ਉਹ ਉੱਥੇ ਹੀ ਰਹਿੰਦਾ ਹੈ। ਉਹ ਮੈਟਰ ਨਹੀਂ ਕਰਦਾ ਕਿ ਜਿਹਦੇ ਵਿੱਚੋਂ ਤੁਹਾਨੂੰ ਕੋਈ ਥੋੜ੍ਹਾ ਬਹੁਤ ਨਾ ਵੀ ਪਤਾ ਲੱਗੇ ਤਾਂ ਸਿੱਖਣ ਦਾ ਇੱਕ ਗੁੰਜਾਇਸ਼ ਹੁੰਦੀ ਹੈ। ਅਗਰ ਤੁਹਾਨੂੰ 80% ਤੁਸੀਂ ਬੋਲ ਰਹੇ ਹੋ ਤੇ ਤੁਹਾਡਾ ਅਗਲਾ ਬੰਦਾ ਜਿਹੜਾ ਉਹ ਵੀ ਪੰਜਾਬੀ ਸਮਝਦਾ ਜਾਂ ਬੋਲਦਾ ਹੈ ਤੇ ਉਹਨੂੰ ਕੋਈ 20% ਨਹੀਂ ਆਦਾ ਤੇ ਉਹ ਉਹਦੇ ਵਾਸਤੇ ਇੱਕ ਵਿੰਡੋ ਖੁੱਲ੍ਹਦੀ ਹੈ ਸਿੱਖਣ ਦੀ। ਤੇ ਇਹ ਇੱਕ ਜ਼ੁਬਾਨਾਂ ਦੇ ਨਾਲ ਜਿਹੜੀ ਮੁਹੱਬਤ ਕਰਨਾ ਔਰ ਉਹ ਵੀ ਸਪੈਸ਼ਲੀ ਜਿਹੜੀ ਮਾਂ ਬੋਲੀ ਪੰਜਾਬੀ, ਜਦੋਂ ਵੀ ਪੰਜਾਬੀ ਦੀ ਗੱਲ ਆਉਂਦੀ ਹੈ ਤੇ ਮਾਂ ਬੋਲੀ ਨਾਲ ਲਾਇਆ ਜਾਂਦਾ ਹੈ, ਮਦਰ ਟੰਗ। ਇੱਕ ਲਤੀਫੇ ਦੀ ਗੱਲ ਹੀ ਆ ਕਿ ਕਿਸੇ ਬੰਦੇ ਨੇ ਕਿਹਾ ਵੀ ਤੇਰੀ ਮਾਦਰੀ ਜ਼ਬਾਨ ਕੀ ਆ, ਮਾਂ ਬੋਲੀ ਕੀ ਆ? ਉਹਨੇ ਕਿਹਾ ਜੀ ਕੋਈ ਵੀ ਨਹੀਂ ਹੈਗੀ। ਉਹਨੇ ਕੀ ਹੋਇਆ? ਉਹਨੇ ਕਿਹਾ ਮੇਰੀ ਮਾਂ ਗੂੰਗੀ ਸੀ। ਤੇ ਇਸ ਤਰ੍ਹਾਂ ਦੇ ਵੀ ਲੋਕ ਹੈਗੇ ਆ ਵਿੱਚ, ਲੇਕਿਨ ਕਈ ਐਸੇ ਵੀ ਆ ਜਿਨ੍ਹਾਂ ਨੇ ਮਾਂ ਬੋਲੀ ਛੱਡ ਕੇ ਬਾਕੀ ਜਿਹੜੀਆਂ ਜ਼ੁਬਾਨਾਂ ਨੇ ਉਹਨਾਂ ਨੂੰ ਅਪਣਾਇਆ। ਇਹ ਵੀ ਅੱਛੀ ਗੱਲ ਹੈ, ਅਸੀਂ ਇਹਨੂੰ ਵੀ ਨਹੀਂ ਭੈੜਾ ਕਹਿੰਦੇ। ਗੱਲ ਹੈ ਕਿ ਇੱਕ ਪੰਜਾਬੀ ਦੇ ਇੱਕ ਬੜੇ ਦਾਨਿਸ਼ਵਰ ਦਾ ਮੈਂ ਪੜ੍ਹਿਆ ਸੀ, ਅਫਜ਼ਲ ਸਾਹਿਬ ਉਹਨਾਂ ਦਾ ਨਾਂ ਸੀ, ਅਗਲਾ ਹਿੱਸਾ ਅਫਜ਼ਲ ਗੁਰੂ ਹੈ ਜਾਂ ਇਸ ਤਰ੍ਹਾਂ ਦਾ। ਉਹ ਕਹਿੰਦੇ ਸੀ ਕਿ ਜਿਹੜਾ ਬੰਦਾ ਮਾਦਰੀ ਜ਼ੁਬਾਨ 'ਚ, ਆਪਦੀ ਮਾਂ ਬੋਲੀ 'ਚ ਨਹੀਂ ਲਿਖਦਾ, ਦੂਜੀ ਜ਼ੁਬਾਨ 'ਚ ਲਿਖਦਾ ਹੈ ਤੇ ਉਹਨੇ ਕਿਹਾ ਉਹ ਇੱਕ ਨੰਬਰ ਅਦੀਬ ਨਹੀਂ ਹੋ ਸਕਦਾ। ਸਭ ਤੋਂ ਪਹਿਲੇ ਜਦੋਂ ਤੁਸੀਂ ਸੋਚਦੇ ਹੋ ਤੁਸੀਂ ਆਪਣੀ ਮਾਦਰੀ ਜ਼ੁਬਾਨ 'ਚ ਸੋਚਦੇ ਹੋ, ਮਾਂ ਬੋਲੀ 'ਚ ਸੋਚਦੇ ਹੋ। ਤੇ ਪੰਜਾਬੀ 'ਚ ਵੀ ਲਿਖਣ ਵਾਲਾ ਜਿਹੜੇ ਇੱਕ ਬੜਾ ਵੱਡਾ ਯਾਨੀ ਅਦੀਬਾਂ ਦਾ ਜਿਹੜਾ ਇਕੱਠ ਹੈ, ਉਹ ਚਾਹੇ ਹਿੰਦੁਸਤਾਨ 'ਚ ਹੈ, ਚਾਹੇ ਪਾਕਿਸਤਾਨ 'ਚ ਹੈ, ਚਾਹੇ ਬਾਕੀ ਜਗ੍ਹਾ 'ਤੇ ਜਿੱਥੇ ਆ,
ਔਰ ਉਹਨਾਂ ਨੇ ਬੜਾ ਸ਼ਾਨਦਾਰ ਜਿਹੜਾ ਲਿਟਰੇਚਰ ਹੈ, ਅਦਬ ਹੈ, ਤਖਲੀਕ ਕੀਤਾ। ਔਰ ਪੰਜਾਬੀ ਦੀ ਸ਼ਾਇਰੀ, ਸਾਡੇ ਜਿਹੜੇ ਸੂਫੀ ਸ਼ਾਇਰ ਨੇ, ਬਾਬਾ ਬੁੱਲੇ ਸ਼ਾਹ ਹੈ, ਵਾਰਿਸ ਸ਼ਾਹ ਹੈ, ਬਾਕੀ ਜਿਹੜੇ ਬਾਬ ਫਰੀਦ ਨੇ, ਇਹ ਮੀਆਂ ਮੁਹੰਮਦ ਬਖਸ਼ ਨੇ, ਕਮਾਲ ਹੈ। ਵਿਜ਼ਡਮ ਹੀ ਵਿਜ਼ਡਮ ਹੈ। ਹਰ ਜ਼ਬਾਨ ਦੀ ਜਿਹੜੀ ਹੈ ਉਹਦੀ ਖੂਬੀ ਹੈਗੀ ਹੈ, ਚਾਹੇ ਉਹ ਅਰਬੀ ਹੈ, ਫਾਰਸੀ ਹੈ, ਉਹਦੇ 'ਚ ਟਰਕਸ਼ ਹੈ ਜ਼ਬਾਨ ਹੈ, ਇਸੇ ਤਰ੍ਹਾਂ ਹਿੰਦੀ ਹੈ, ਸੰਸਕ੍ਰਿਤ ਹੈ, ਚੀਜ਼, ਇਸ ਸਭ ਦੇ ਅੰਦਰ ਇੱਕ ਖਜ਼ਾਨਾ ਹੈ। ਇਹ ਤੁਸੀਂ ਲੱਭਣ ਵਾਸਤੇ ਤੇ ਜ਼ਬਾਨਾਂ ਦੇ ਰਾਹੀਂ ਜਿਹੜੇ ਨੇ ਉਹ ਦਰਵਾਜ਼ੇ ਖੁੱਲ੍ਹਦੇ ਨੇ। ਮੈਂ ਤਾਂ ਉਸ ਬੰਦੇ ਨੂੰ ਵੱਡਾ ਆਲਮ ਮੰਨਣਾ, ਸਕਾਲਰ ਮੰਨਣਾ ਜਿਹਨੂੰ ਜ਼ਿਆਦਾ ਜ਼ਬਾਨਾਂ ਆਉਂਦੀਆਂ ਨੇ, ਕਿਉਂਕਿ ਉਹਦੀ ਜਿਹੜੀ ਅਪਰੋਚ ਹੈ ਦੂਸਰੇ ਅਦਬ ਦੇ ਉੱਤੇ, ਮਾਲੂਮਾਤ ਦੇ ਉੱਤੇ, ਲਾਈਫ ਸਟਾਈਲ ਦੇ ਉੱਤੇ, ਉਹ ਆਮ ਬੰਦੇ ਤੋਂ, ਜਿਹਨੂੰ ਇੱਕ ਅੱਧੀ ਜ਼ਬਾਨ ਆਉਂਦੀ ਹੈ, ਉਹਦੇ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਔਰ ਉਹ ਉਸ ਦਰਵਾਜ਼ੇ 'ਚੋਂ ਜ਼ਬਾਨ ਦੇ ਰਾਹੀਂ ਯਾਨੀ ਦਾਖਲ ਹੋ ਸਕਦਾ ਹੈ, ਉਹਨਾਂ ਦਾ ਲਿਟਰੇਚਰ ਪੜ੍ਹ ਸਕਦਾ ਹੈ, ਉਹਨਾਂ ਦੀ ਤਾਰੀਖ ਪੜ੍ਹ ਸਕਦਾ ਹੈ, ਸਾਰਾ ਕੁਝ। ਜਿਵੇਂ ਜਰਮਨ ਨੇ, ਫਰੈਂਚ ਨੇ, ਇੰਗਲਿਸ਼ ਤਾਂ ਹੈ ਹੀ ਹੈ ਬੈਨ ਅਲ-ਅਕਵਾਮੀ ਰਾਬਤੇ ਦੀ ਜ਼ਬਾਨ। ਇਸੇ ਤਰ੍ਹਾਂ ਅਫਰੀਕਾ ਦੇ ਵਿੱਚ ਹੈ, ਸੈਂਟਰਲ ਏਸ਼ੀਆ ਦੇ ਵਿੱਚ ਜਿਹੜਾ ਹੈ ਰਸ਼ੀਅਨ ਹੈ, ਚਾਈਨੀਜ਼ ਨੇ। ਅਤੇ ਜ਼ਬਾਨਾਂ ਦਾ ਸਿੱਖਣਾ ਜਿਹੜਾ ਹੈ ਨਾ, ਉਹ ਤਾਂ ਇੱਕ ਬੜੀ ਵੱਡੀ ਕਾਮਯਾਬੀ ਔਰ ਬਲੈਸਿੰਗ ਦੀ ਗੱਲ ਹੈ। ਅਤੇ ਅੱਜ ਅਸੀਂ ਸਾਰੇ ਪੰਜਾਬੀ ਭਰਾਵਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਕਿਉਂਕਿ ਮਾਂ ਬੋਲੀ ਹੈ, ਅਸੀਂ ਇਸ ਪੰਜਾਬੀ ਹੋਣ ਦੀ, ਪੰਜਾਬੀ ਬੋਲਣ ਦੀ, ਔਰ ਅੱਜ ਦਾ ਜਿਹੜਾ ਇਹ ਦਿਹਾੜ ਹੈ, ਇਹਦੇ 'ਤੇ ਬੜੀ ਦਿਲੋਂ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਗੁਜ਼ਾਰਿਸ਼ ਵੀ ਕਰਨੇ ਹਾਂ, ਬੇਨਤੀ ਵੀ ਕਰਨੇ ਹਾਂ ਕਿ ਉਹ ਇਹਦੀ ਸੇਵਾ ਕਰਨ ਵਾਸਤੇ ਆਪਣੇ ਬੱਚਿਆਂ ਨੂੰ, ਬੱਚੀਆਂ ਨੂੰ, ਨੌਜਵਾਨਾਂ ਨੂੰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ 'ਚ ਆਮ ਜਿਹੜਾ ਹੈ ਪੰਜਾਬੀ ਬੋਲਣ ਵਾਸਤੇ, ਪੜ੍ਹਨ ਵਾਸਤੇ ਜ਼ੋਰ ਦੇਣ। ਇੰਝ ਹੀ ਜਿਵੇਂ ਰੋਟੀ ਪਾਣੀ ਖਾਣ ਬਾਰੇ ਕਿਹਾ ਜਾਂਦਾ ਹੈ ਜਾਂ ਇੱਕ ਅੱਛੇ ਲਾਈਫ ਸਟਾਈਲ ਦਾ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਇਸ ਪੰਜਾਬੀ ਜ਼ੁਬਾਨ ਦੀ ਰਾਖੀ ਕਰਨ ਵਾਸਤੇ ਵੀ ਕਹਿਣਾ, ਉਹਦੇ 'ਤੇ ਜ਼ੋਰ ਦੇਣਾ, ਇਹ ਇੱਕ ਫਰਜ਼ ਬਣਦਾ ਹੈ। ਕੈਨੇਡਾ ਦੀ ਤੀਸਰੀ ਵੱਡੀ ਜਿਹੜੀ ਹੈ ਪਾਰਲੀਮੈਂਟ 'ਚ ਬੋਲੀ ਜਾਣ ਵਾਲੀ ਜ਼ੁਬਾਨ ਹੈ, ਯਾਨੀ ਇੰਗਲਿਸ਼ ਔਰ ਫਰੈਂਚ ਤੋਂ ਬਾਅਦ ਪੰਜਾਬੀ ਵੀ ਬੋਲੀ ਜਾਂਦੀ ਹੈ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ। ਔਰ ਅਗਰ ਜਿਹੜੀਆਂ ਨੇ 10 ਵੱਡੀਆਂ ਜ਼ੁਬਾਨਾਂ ਨੂੰ ਵੇਖਿਆ ਜਾਵੇ ਕੈਨੇਡਾ ਦੇ ਵਿੱਚ, ਤੇ ਪੰਜਾਬੀ ਦਾ ਚੌਥਾ ਨੰਬਰ ਹੈ। ਪਹਿਲੇ ਇੰਗਲਿਸ਼ ਹੈ, ਫਿਰ ਫਰੈਂਚ ਹੈ, ਫਿਰ ਚਾਈਨੀਜ਼ ਮੈਂਡਰਿਨ, ਅਤੇ ਫਿਰ ਪੰਜਾਬੀ ਦਾ ਨੰਬਰ ਆ। ਔਰ ਇੱਥੇ ਅੱਜ ਕੱਲ੍ਹ ਤਾਂ ਹੁਣ ਹਾਲ ਇਹ ਹੋ ਗਿਆ ਕਿ ਤੁਸੀਂ ਡਰਾਈਵਿੰਗ ਟੈਸਟ ਦੇਣਾ ਅਤੇ ਉਹਦੇ 'ਚ ਵੀ ਤੁਹਾਡਾ ਜਿਹੜਾ ਟੈਸਟ, ਨਹੀਂ ਤਾਂ ਪਹਿਲੇ ਇੰਗਲਿਸ਼ ਹੀ ਹੁੰਦਾ ਸੀ, ਹੁਣ ਮੁਖਤਲਿਫ ਜ਼ੁਬਾਨਾਂ 'ਚ ਆ ਗਿਆ, ਜਿਹਦੇ 'ਚ ਪੰਜਾਬੀ ਵੀ ਆ ਗਿਆ। ਉਹ ਸ਼ਾਹਮੁਖੀ ਨਹੀਂ ਹੈ ਜਿਹੜੀ ਪਾਕਿਸਤਾਨ 'ਚ ਲਿਖੀ ਔਰ ਬੋਲੀ ਜਾਂਦੀ ਜਿਸ ਅੰਦਾਜ਼ ਨਾਲ, ਉਹ ਗੁਰਮੁਖੀ ਦਾ ਜਿਹੜਾ ਉਹ ਰਾਈਟਿੰਗ ਸਟਾਈਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕੋਈ 1000 ਦੇ ਕਰੀਬ ਇੱਥੇ ਪੰਜਾਬੀ ਦੇ ਜਿਹੜੇ ਗੁਰਮੁਖੀ ਦੇ ਨੇ, ਯਾਨੀ ਰਸਾਲੇ, ਅਖਬਾਰ ਅਤੇ ਬਾਕੀ ਜਿਹੜੀਆਂ ਪਬਲੀਕੇਸ਼ਨ ਹੁੰਦੀਆਂ ਨੇ, ਇਸੇ ਤਰ੍ਹਾਂ ਇੰਨੇ ਕੋਈ ਜਿਹੜੇ ਨੇ ਇੱਥੇ ਰੇਡੀਓ ਸਟੇਸ਼ਨ ਨੇ ਅਤੇ ਡਿਜੀਟਲ ਮੀਡੀਆ ਜਿਹੜਾ TV ਨੇ, 1000 ਦੇ ਯਾਨੀ ਨੇੜੇ ਤੇੜੇ ਉਹਨਾਂ ਦੀ ਜਿਹੜੀ ਤਾਦਾਦ ਆ ਹੁਣ ਤੱਕ ਉਹ ਹੈਗੀ ਹੈ। ਇਸ ਤੋਂ ਇਲਾਵਾ ਕੋਈ 20 ਕੁ ਐਸੇ ਜਿਹੜੇ ਚੈਨਲ ਹੈਗੇ ਨੇ ਜਿਹੜੇ ਬਾਕਾਇਦਾ ਇੱਥੇ ਅਪਰੂਵਡ ਨੇ, ਔਰ ਉਹਨਾਂ 'ਚ ਕੋਈ 2 ਐਸੇ ਚੈਨਲ ਨੇ ਜਿਹੜੇ ਨਿਊਜ਼ ਚੈਨਲ ਨੇ ਜਿਨ੍ਹਾਂ ਦੀ ਯਾਨੀ 24 ਘੰਟੇ ਨਸ਼ਰੀਆਤ ਚੱਲਦੀਆਂ ਨੇ, ਔਰ YouTube ਚੈਨਲ ਤਾਂ ਬੇਸ਼ੁਮਾਰ ਨੇ। ਅਤੇ ਮੈਂ ذاتی ਤੌਰ 'ਤੇ ਸਮਝਦਾ ਕਿ ਕੈਨੇਡਾ ਦੇ ਵਿੱਚ ਪੰਜਾਬੀ ਦੀ ਜਿਹੜੀ ਸੇਵਾ ਹੈ, ਉਹ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਦੋਸਤ ਨੇ ਉਹ ਸਾਡੇ ਤੋਂ ਜ਼ਿਆਦਾ ਇਸ ਲਈ ਕਰ ਰਹੇ ਨੇ ਕਿ ਜਦੋਂ ਵੀ ਸੈਂਸਸ ਹੁੰਦਾ ਹੈ, ਕੁਝ ਸਾਡੇ ਗਰੁੱਪ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਤੁਸੀਂ ਮਾਦਰੀ ਜ਼ੁਬਾਨ ਜਿਹੜੀ ਹੈ, ਮਦਰ ਟੰਗ, ਉਹ ਪੰਜਾਬੀ ਨਾ ਲਿਖਣਾ, ਇਹਦਾ ਜਿਹੜਾ ਨਾ ਉਹ ਗੁਰਮੁਖੀ ਨੂੰ ਫਾਇਦਾ ਪਹੁੰਚਦਾ ਹੈ। ਔਰ ਇਸ ਲਈ ਮੈਂ ਕਹਿ ਰਿਹਾ ਕਿ ਜਿਹੜੀ ਤਾਦਾਦ ਦੀ ਮੈਂ ਗੱਲ ਕਰ ਰਿਹਾ, ਕੋਈ 10 ਲੱਖ ਯਾਨੀ 1 ਮਿਲੀਅਨ ਜਿਹੜੇ ਤਾਦਾਦ ਹੋ ਸਕਦੀ ਹੈ। ਡਾਕੂਮੈਂਟਡ ਤਾਂ ਕੋਈ ਇਹਦੇ ਤੋਂ ਥੋੜ੍ਹੀ ਜਿਹੀ ਘੱਟ ਹੈ, ਲੇਕਿਨ ਹੁਣ ਜਿਹੜੀ ਤਾਦਾਦ ਹੈ ਨਾ, ਅਗਰ ਅਸੀਂ ਰੀਅਲਿਸਟਿਕਲੀ ਵੇਖੀਏ ਤਾਂ ਇਹ ਇੰਨੀ ਤਾਦਾਦ ਹੈ।
ਔਰ ਇੱਕ ਬੜੀ ਮਾਕੂਲ ਤਾਦਾਦ ਹੈ ਕੈਨੇਡਾ ਦੇ ਵਿੱਚ। ਇੱਥੇ ਕੋਈ ਵੀ ਤੁਹਾਨੂੰ ਯਾਨੀ ਪੰਜਾਬੀ ਦਾ ਜਿਹੜਾ ਜਿਵੇਂ ਇੱਥੇ ਹਾਊ ਆਰ ਯੂ ਡੂਇੰਗ, ਹਾਂਜੀ ਕਿੱਦਾਂ ਜਨਾਬ, ਕਿਵੇਂ ਆ ਜੀ, ਇਹਦਾ ਮਤਲਬ ਇਹ ਹੀ ਹੈ ਕਿ ਹਾਊ ਯੂ ਡੂਇੰਗ, ਹਾਊ ਇਜ਼ ਗੋਇੰਗ। ਤੇ ਅੱਗੋਂ ਜਵਾਬ ਜਿਹੜਾ ਹੈ ਉਹ ਹੀ ਆਣਾ ਹੁੰਦਾ ਹੈ ਕਿ ਜੀ ਬਸ ਜੀ ਵਧੀਆ ਵਧੀਆ ਜਨਾਬ, ਉਹ ਕਹਿੰਦੀ ਚੜ੍ਹਦੀ ਕਲਾ ਜੀ, ਉਹ ਬਸ ਚੱਲੀ ਜਾ ਰਿਹਾ ਜੀ। ਤੇ ਇਹ ਬੜਾ ਅੱਛਾ ਲੱਗਦਾ ਹੈ। ਲੇਕਿਨ ਇਹ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਇਹ ਵੀ ਗੁਜ਼ਾਰਿਸ਼ ਹੈਗੀ ਹੈ ਕਿ ਇਹਨੂੰ ਗਾਲ ਬੰਦੇ ਦੀ ਜ਼ੁਬਾਨ ਨਾ ਬਣਾਓ, ਕਿਉਂਕਿ ਬਾਅਦ ਇੱਥੇ ਮੈਨੂੰ ਕਈ ਗੋਰੇ ਮਿਲੇ ਨੇ ਜਿਨ੍ਹਾਂ ਨੂੰ ਸਾਡੇ ਜਿਹੜੇ ਪੰਜਾਬੀਆਂ ਨੇ ਜਿਹੜੇ ਸਪੈਸ਼ਲੀ ਡਰਾਈਵਿੰਗ ਦੇ ਨਾਲ ਮੁਨਸਲਿਕ ਨੇ, ਟੈਕਸੀ ਟਰੱਕ ਦੇ ਦੀਗਰ ਕੰਮਾਂ 'ਚ ਜਾਂ ਕਿਤੇ ਮਜ਼ਦੂਰੀ 'ਤੇ ਵੀ, ਉਹਨਾਂ ਨੇ ਗੋਰਿਆਂ ਨੂੰ ਪੁੱਠੇ ਹੀ ਲਫ਼ਜ਼ ਜਿਹੜੇ ਨੇ ਉਹ ਸਿਖਾ ਛੱਡੇ ਨੇ। ਤੇ ਇਹ ਵੀ ਕੋਈ ਜਿਹੜੀ ਨਾ ਜ਼ੁਬਾਨ ਦੀ ਖਿਦਮਤ ਨਹੀਂ ਹੈ, ਜ਼ੁਬਾਨ ਦੀ ਜਿਹੜੀ ਹੈ ਨਾ ਇਹ ਬੇਇੱਜ਼ਤੀ ਸਮਝੋ, ਤੇ ਇਹ ਕੰਮ ਨਾ ਕਰੋ। ਤੇ ਇਹ ਜਿਹੜਾ ਦਿਹਾੜ ਹੈ ਪੰਜਾਬੀ ਦਾ ਜਿਹੜਾ ਅਸੀਂ ਮਨਾ ਰਹੇ ਹਾਂ, ਇਹਦੇ ਤੇ ਇਹ ਵੀ ਹੈਗਾ ਕਿ ਪੰਜਾਬੀ ਦੀ ਜਿਹੜੀ ਸੇਵਾ ਕਰਨੀ ਹੈ, ਜਿਹੜਾ ਇਹਦੀ ਪ੍ਰਮੋਸ਼ਨ ਹੈ, ਇਹਨੂੰ ਜਿਹੜਾ ਅੱਗੇ ਲੈ ਕੇ ਚੱਲਣਾ ਨਸਲਾਂ ਤੱਕ, ਉਹਨੂੰ ਯਾਨੀ ਦੁਬਾਰਾ ਤੋਂ ਆਪਣੇ ਆਪ ਨੂੰ ਸਵਾਲ ਕੀਤਾ ਜਾਵੇ ਤੇ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਇਆ ਜਾਵੇ। ਤੇ ਮਲਟੀਲਿੰਗੁਅਲ ਹੋਣਾ ਜਿਹੜਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਅੰਗਰੇਜ਼ੀ ਜਾਂ ਫਰੈਂਚ ਜਾਂ ਬਾਕੀ ਜ਼ੁਬਾਨਾਂ ਤਾਂ ਬੱਚਿਆਂ ਨੂੰ ਆਉਣੀਆਂ ਹੁੰਦੀਆਂ ਨੇ। ਇੱਥੇ ਇੱਕ ਗੋਰੇ ਨੇ ਜਦੋਂ ਅਸੀਂ ਨਵੇਂ ਆਏ ਹਾਂ, ਉਹਨੇ ਕਿਹਾ ਜੀ ਤੁਹਾਡਾ ਅਸਲ ਕੰਮ ਜਿਹੜਾ ਨਾ ਉਹ ਆਪਣੀ ਮਾਦਰੀ ਜ਼ੁਬਾਨ ਜਿਹੜੀ ਹੈ, ਨੇਟਿਵ ਲੈਂਗੁਏਜ ਜਿਹੜੀ ਆ, ਉਹਦੇ ਨਾਲ ਬੱਚਿਆਂ ਨੂੰ ਇੰਟੈਕਟ ਰੱਖਣਾ, ਉਹਨਾਂ ਦੇ ਨਾਲ ਜੋੜ ਕੇ ਰੱਖਣਾ, ਇਹ ਤੁਹਾਡਾ ਕੰਮ ਹੈ। ਬਾਕੀ ਜਿਹੜੀ ਇੰਗਲਿਸ਼ ਹੈ ਜਾਂ ਬਾਕੀ ਦੇ ਫਰੈਂਚ ਹੈ ਉਹ ਤਾਂ ਆਣੀ ਉਹਨਾਂ ਨੂੰ। ਤੇ ਜਿਹੜੀ ਜ਼ਿੰਮੇਵਾਰੀ ਆ ਜਾਂ ਜਿਹੜੀ ਇੱਕ ਸਾਡੇ ਤੇ ਫਰਜ਼ ਹੈ ਉਹ ਇਹ ਹੀ ਹੈ ਕਿ ਜ਼ੁਬਾਨ ਦੀ ਖਿਦਮਤ ਕਰੀਏ, ਜ਼ੁਬਾਨ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ ਤੇ ਉਹਦੇ ਰਾਹੀਂ ਜਿਹੜਾ ਉਹ ਆਪਣਾ ਕਲਚਰ, ਆਪਣਾ ਜਿਹੜਾ ਰਹਿਣ ਬਹਿਣ ਹੈ, ਜਿਹੜਾ ਫੂਡ ਹੈ, ਖਾਣ ਪੀਣ ਹੈ, ਜਾਂ ਜਿਹੜੀ ਫੋਕਲੋਰ ਨੇ, ਵਿਜ਼ਡਮ ਹੈ, ਉਹਨੂੰ ਸਾਹਮਣੇ ਲਿਆ ਜਾਏ ਔਰ ਪੰਜਾਬੀ ਬੋਲਣ ਦਾ, ਪੜ੍ਹਨ ਦਾ, ਲਿਖਣ ਦਾ ਕਲਚਰ ਜਿਹੜਾ ਉਹਨੂੰ ਆਮ ਕੀਤਾ ਜਾਵੇ। ਇਹ ਅੱਜ ਦਾ ਇੱਕ ਪੈਗਾਮ ਸੀ। ਉਮੀਦ ਹੈ ਕਿ ਤੁਸੀਂ ਇਹਦੇ ਨਾਲ ਸਹਿਮਤ ਵੀ ਹੋਵੋਗੇ, ਇਤਫਾਕ ਵੀ ਕਰਦੇ ਹੋਵੋਗੇ ਤੇ ਇਹਨੂੰ ਅੱਗੇ ਲੈ ਕੇ ਵੀ ਚੱਲੋਗੇ। ਤੇ ਮਿਲਣਾ ਇੱਕ ਨਈ ਵੀਡੀਓ ਦੇ ਨਾਲ।